व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡਾ ਅਗਲਾ ਮੈਸੇਜ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਬੀਬੀ ਪ੍ਰਭਸ਼ਰਨ ਕੌਰ ਮਠਾਰੂ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚ ਬਹੁਤ ਚੰਗਾ ਲੱਗਦਾ ਹੈ। ਖਾਸ ਤੌਰ ਤੇ ਅਖੀਰ ਵਿੱਚ ਦਿੱਤਾ ਜਾਂਦਾ ਅੱਜ ਦਾ ਵਿਚਾਰ ਬੜੇ ਥੋੜੇ ਸ਼ਬਦਾਂ ਵਿੱਚ ਦਿੱਤਾ ਜਾਂਦਾ ਹੈ। ਅਧਿਆਤਮਕ ਗਿਆਨ ਦਾ ਭੰਡਾਰ ਹੁੰਦਾ ਹੈ। ਇਹਨਾਂ ਦਾ ਸਵਾਲ ਹੈ, ਇੱਕ ਪਾਸੇ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਮੰਨਣ ਦਾ ਆਦੇਸ਼ ਦਿੱਤਾ ਗਿਆ ਹੈ, ਪਰ ਦੂਸਰੇ ਪਾਸੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਹਿ ਰਹੇ ਹਨ ਕਿ ਨਾਨਕਸਰੀ ਸੰਪਰਦਾ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਹੈ ਅਤੇ ਉਹ ਸਿੱਖ ਧਰਮ ਦੇ ਪ੍ਰਚਾਰ ਲਈ ਅੱਗੇ ਆਉਣ। ਕੀ ਇਹਨਾਂ ਦੋਹਾਂ ਵਿਚਾਰਾਂ ਵਿੱਚ ਕੋਈ ਮੇਲ ਹੈ ਜੀ ਡਾਕਟਰ ਸਾਹਿਬ? ਭੈਣ ਜੀ ਪ੍ਰਭਸ਼ਰਨ ਕੌਰ ਮਠਾਰੂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਲਿਖਿਆ ਜੀ, ਔਰ ਉਹਨਾਂ ਨੇ ਬੜਾ ਠੀਕ ਜਿਸ ਨੂੰ ਕਹਿੰਦੇ ਨੇ ਕਿ ਪਤੇ ਦੀ ਗੱਲ ਕੀਤੀ ਹੈ ਜੀ। ਔਰ ਇਹ ਖਬਰ ਆਲਮੋਸਟ ਸਾਰੇ ਮੀਡੀਆ 'ਚ ਲੱਗੀ ਹੈ ਕਿ ਇੱਕ ਵੱਡੇ ਨਾਨਕਸਰੀ ਸਮਾਗਮ ਸ਼ਾਇਦ ਦਿੱਲੀ 'ਚ ਹੋਇਆ ਹੈ, ਉਹਦੇ 'ਚ ਜਥੇਦਾਰ ਅਕਾਲ ਤਖਤ ਸਾਹਿਬ ਸ਼ਾਮਲ ਹੋਏ ਜੀ। ਉਹ ਚਾਰ ਚੁਫੇਰੇ ਤੁਹਾਨੂੰ ਚਿੱਟੀਆਂ ਗੋਲ ਪੱਗਾਂ ਨਜ਼ਰ ਆਉਂਦੀਆਂ, ਨਾਨਕਸਰੀਆਂ ਦਾ ਵੱਡਾ ਇਕੱਠ ਹੈ ਉਹ ਜੀ ਜੀ। ਤੇ ਉੱਥੇ ਉਹ ਕਹਿ ਰਹੇ ਨੇ ਜੀ ਕਿ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਨਾਨਕਸਰੀਆਂ ਨੇ ਪੰਥ ਦੀ, ਔਰ ਸਿੱਖੀ ਦੇ ਪ੍ਰਚਾਰ ਲਈ ਨਾਨਕਸਰੀ ਅੱਗੇ ਆਉਣ ਜੀ। ਹੁਣ ਸਵਾਲ ਬਿਲਕੁਲ ਠੀਕ ਹੈ। ਇੱਕ ਪਾਸੇ ਅਸੀਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਜੀ, ਔਰ ਜ਼ਾਹਰ ਹੈ ਕਿ ਪੰਥ ਪ੍ਰਵਾਨਿਤ ਜਦੋਂ ਕਿਹਾ ਜਾਂਦਾ ਹੈ ਕਿ ਭਾਈ ਇਸ ਨੂੰ ਪੰਥ ਨੇ 20-25-30 ਸਾਲ ਆਪਸੀ ਵਿਚਾਰ ਡਿਬੇਟ, ਇੱਕ ਪੜ੍ਹਤ ਦੂਸਰੀ ਪੜ੍ਹਤ, ਉਹ ਸਾਰੇ 'ਚੋਂ ਗੁਜ਼ਾਰ ਕੇ ਫਿਰ ਉਸ ਨੂੰ ਅਪਰੂਵ ਕੀਤਾ, ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਕਾਸ਼ਿਤ ਕਰਦੀ ਹੈ, ਛਾਪ ਕੇ ਵੰਡਦੀ ਹੈ ਜੀ। ਹੁਣ ਜਿਹੜੀ ਚੀਜ਼ ਪੰਥ ਦੇ ਨਾਂ ਥੱਲੇ ਅਕਾਲ ਤਖਤ ਸਾਹਿਬ ਦੀ ਸਟੈਂਪ ਦੇ ਨਾਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਪਬਲਿਸ਼ ਕਰ ਰਹੀ ਹੈ, ਸੋ ਜ਼ਾਹਰ ਹੈ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਜੀ, ਜਾਂ ਉਹਨਾਂ ਦੇ ਨਾਲ ਜੁੜੇ ਹੋਏ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧਕ ਮੈਨੇਜਰ ਔਰ EMPLOYE ਜਿਨ੍ਹਾਂ ਦੀ ਗਿਣਤੀ ਸ਼ਾਇਦ ਹੁਣ 15,000 ਤੋਂ ਜ਼ਿਆਦਾ ਹੈ ਜੀ, ਉਹ ਉਸ ਦੇ ਹਾਫਜ਼ ਹੋਣੇ ਚਾਹੀਦੇ ਨੇ, ਉਸ ਦੇ ਉਹ ਰੱਖਿਅਕ ਹੋਣੇ ਚਾਹੀਦੇ ਨੇ। ਪਰ ਇਸ ਦੇ ਉਲਟ ਹੋ ਕੀ ਰਿਹਾ, ਆਮ ਸਿੱਖ ਤਾਂ ਵਿਚਾਰੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਾਂ ਮਰਿਆਦਾ ਜਾਂ ਕੋਈ ਵੀ ਉੱਥੋਂ ਆਦੇਸ਼ ਸੰਦੇਸ਼ ਆਉਂਦਾ ਹੈ, ਉਸ ਦੇ ਲਈ ਸਕੀਆਂ ਰਿਸ਼ਤੇਦਾਰੀਆਂ ਤੋੜ ਦਿੰਦੇ ਨੇ ਕਿ ਭਾਈ ਇਹ ਨਹੀਂ ਮੰਨਦਾ ਅਕਾਲ ਤਖਤ ਨੂੰ, ਇਹ ਕੂੜ ਸੌਦੇ ਵੱਲ ਜਾਂਦਾ ਹੈ, ਇਹ ਨਾਨਕਸਰੀ ਹੈ, ਇਹ ਨਿਰੰਕਾਰੀ ਹੈ, ਇਹ ਕੋਈ ਹੋਰ ਹੈ, ਅਸੀਂ ਇਹਨਾਂ ਨਾਲ ਮਿਲਣਾ ਵਰਤਣਾ ਨਹੀਂ ਹੈ ਜੀ। ਤੇ ਸਾਡੇ ਜਥੇਦਾਰ ਤੇ ਇਹ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਆ, ਪਿੱਛੇ ਇੱਕ ਮੈਂਬਰ ਜਿਹੜਾ 2 ਵਾਰ ਜਿਹਨੂੰ ਤਲਬ ਕੀਤਾ ਉਹ ਉਹਨਾਂ ਦੇ ਕੂੜ ਸੌਦੇ ਵਾਲਿਆਂ ਦੇ ਫੰਕਸ਼ਨਾਂ ਤੇ ਜਾਂਦਾ ਆ। ਈਵਨ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਰੰਕਾਰੀਆਂ ਦੇ ਡੇਰੇ 'ਚ ਵੋਟਾਂ ਮੰਗਣ ਗਿਆ ਸੀ ਜੀ। ਹੁਣ ਆ ਸਾਰੇ ਹੀ ਅਕਾਲੀ ਜਿਹੜੇ ਨੇ, ਕੋਈ ਹਨੇਰੇ ਜਾਂਦਾ, ਕੋਈ ਸਵੇਰੇ ਜਾਂਦਾ, ਸਭ ਡੇਰਿਆਂ ਦੇ ਨਾਲ ਜੁੜੇ ਨੇ, ਲੰਮੇ ਪੈ ਕੇ ਮੱਥਾ ਟੇਕਦੇ ਨੇ ਡੇਰਿਆਂ 'ਚ ਜਾ ਕੇ ਜੀ। ਇਹਦੀ ਬਾਦਲ ਦੀ ਘਰ ਵਾਲੀ ਆਸ਼ੂਤੋਸ਼ ਦੀ ਚੇਲੀ ਸੀ, ਜਿੰਨੇ ਡੇਰੇ ਆਸ਼ੂਤੋਸ਼ ਦੇ ਬਣੇ ਨੇ ਬਹੁਤਿਆਂ ਦੀ ਜ਼ਮੀਨ ਉਹਨੇ ਦਿੱਤੀ ਹੋਈ ਹੈ। ਹੁਣ ਜਿਹੜਾ ਸਵਾਲ ਭੈਣ ਜੀ ਨੇ ਪੁੱਛਿਆ ਹੈ ਕਿ ਵੀ ਹੁਣ ਤੁਸੀਂ ਕਿਸੇ ਚਲੇ ਜਾਓ, ਨਾਨਕਸਰੀ ਇੱਥੇ ਵੀ ਥਾਂ ਖੁੱਲ੍ਹ ਗਏ ਨੇ ਜੀ ਡੇਰੇ, ਉਹ ਕਹਿੰਦੇ ਨੇ ਜੀ ਬਸ ਅਸੀਂ ਤਾਂ ਬੰਦਗੀ 'ਚ ਯਕੀਨ ਰੱਖਦੇ ਹਾਂ, ਕਿਰਪਾਨ ਦੀ ਅਹਿਮੀਅਤ, ਕੜਾ ਪ੍ਰਸ਼ਾਦ ਕਿਰਪਾਨ ਭੇਟ ਨਹੀਂ ਕੀਤਾ ਜਾਂਦਾ, ਬਹੁਤ ਸਾਰੀਆਂ ਥਾਵਾਂ 'ਤੇ ਨਿਸ਼ਾਨ ਸਾਹਿਬ ਨਹੀਂ ਲਾਇਆ ਜਾਂਦਾ। ਜੇ ਤੁਸੀਂ ਉਹਨਾਂ ਦੇ ਨਾਨਕਸਰੀ, ਮੈਨੂੰ ਜਾਣ ਦਾ ਮੌਕਾ ਬਣਿਆ, ਮੈਂ ਉਦੋਂ ਇਹ 3 ਨਾਨਕਸਰੀ ਸਾਧੂ ਜਿਨ੍ਹਾਂ ਦੇ ਨਾਲ ਪੂਰੀ ਇੱਕ ਪਲਾਟੂਨ ਹੁੰਦੀ ਸੀ ਬੰਦੂਕਾਂ ਵਾਲਿਆਂ ਦੀ ਜੀ, ਨਰੈਣ ਸਿੰਘ, ਸ਼ਾਇਦ ਸਾਧੂ ਸਿੰਘ, ਕੁੰਦਨ ਸਿੰਘ, ਸਾਧੂ ਸਿੰਘ ਜਾਂ ਗੁਰਮੁਖ ਸਿੰਘ ਇੱਦਾਂ ਦਾ ਨਾਂ ਸੀ, ਕੁੰਦਨ ਸਿੰਘ ਜੀ, ਉਹ ਤਿੰਨੋਂ ਹੀ ਆਪਣੇ ਦਾਅਵੇਦਾਰ ਸੀ ਕਿ ਅਸੀਂ ਗੱਦੀ ਦੇ ਹੱਕਦਾਰ ਹਾਂ। ਕਈ ਵਾਰੀ ਉੱਥੇ ਗੋਲੀ ਵੀ ਚੱਲੀ ਜੀ। ਹੁਣ ਔਰ ਉੱਥੇ ਜਾ ਕੇ ਤੁਸੀਂ ਦੇਖੋ ਤੇ ਉਹਨਾਂ ਦਾ ਇੱਕ ਵਾਲਿਆਂ ਦਾ ਇੱਧਰ ਕੁੱਲੀਆਂ ਹੀ ਨਿਕਲੀਆਂ ਜੀ, ਇਹ ਬਿਹੰਗਮਾਂ ਦੀਆਂ ਕੁੱਲੀਆਂ ਨੇ। ਬਿਹੰਗਮ ਦਾ ਮਤਲਬ ਹੈ ਜਿਹੜਾ ਵਿਆਹ ਨਹੀਂ ਕਰਾਉਂਦਾ, ਇਹ ਉੱਥੇ ਬੰਦਗੀ ਕਰਦੇ ਨੇ। ਹੁਣ ਤੁਸੀਂ ਜੇ ਬਿਹੰਗਮ ਕਲਚਰ ਜਾਂ ਇਸ ਲਈ ਕਿਸੇ ਨੈਟਵਰਕ 'ਤੇ ਖਬਰ ਲੱਗੀ ਸੀ ਕਿ ਸਿੱਖੀ ਦਾ ਪ੍ਰਚਾਰ ਮਲੰਗ ਕਰਨਗੇ, ਹੁਣ ਉਹ ਬਿਹੰਗਮ ਦੇ ਲਈ ਇੱਧਰਲੇ ਪੰਜਾਬ 'ਚ ਵੀ ਮਲੰਗ ਸ਼ਬਦ ਇਸਤੇਮਾਲ ਹੁੰਦਾ। ਬਹੁਤ ਸਾਰੇ ਸੂਫੀਆਂ ਦੇ ਡੇਰਿਆਂ 'ਤੇ ਜਿਹੜੇ ਨੇ ਬੜੇ ਪਲੇ ਮਲੰਗ ਹੁੰਦੇ ਨੇ, ਉਹ ਹੱਥਾਂ ਚੁੱਕ ਕੇ ਅੱਲਾਹੂ ਕਰਦੇ ਨੇ, ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਹੁਣ ਇੱਧਰ ਇਹਨਾਂ ਨੂੰ ਬਿਹੰਗਮ ਬਣਾਇਆ ਹੋਇਆ ਕਿ ਜੀ ਇਹ ਤਾਂ ਬ੍ਰਹਮਚਾਰੀ ਨੇ। ਹੁਣ ਤੁਸੀਂ ਕਿਹੜੀ ਸਿੱਖੀ ਦੀ ਗੱਲ ਕਰਦੇ ਹੋ? ਜਿਸ ਸਿੱਖੀ ਦੇ ਵਿੱਚ ਗ੍ਰਸਤ ਦੀ ਅਹਿਮੀਅਤ ਹੈ, ਜਿੱਥੇ ਗ੍ਰਸਤੀ ਜੀਵਨ ਮੂਲ ਹੈ, ਔਰ ਉਹਦੇ 'ਚ ਕੋਈ ਇਸ ਕਿਸਮ ਦੀ ਇਹ ਜਿਹੜੀ ਚਿੱਟ ਕਪੜੀਆਂ ਮਰਿਆਦਾ ਦੇ ਥੱਲੇ ਜਿਸ ਕਿਸਮ ਦਾ ਸਾਰਾ ਇਹ ਸ਼ੁਰੂ ਹੋ ਗਿਆ ਕੰਮ ਜੀ, ਜੇ ਅਕਾਲ ਤਖਤ ਉਹਨੂੰ ਸਟੈਂਪ ਲਾ ਰਿਹਾ ਕਿ ਜੀ ਤੁਸੀਂ ਬਹੁਤ ਪ੍ਰਚਾਰ ਕੀਤਾ, ਅੱਗੋਂ ਵੀ ਜਾਓ ਜਾ ਕੇ, ਫਿਰ ਉਹ ਗੱਲ ਠੀਕ ਹੈ
ਉਹਨਾਂ ਨੇ ਕਿਹਾ ਜੀ ਹੁਣ ਮਲੰਗ ਕਰਨਗੇ ਸਿੱਖੀ ਦਾ ਪ੍ਰਚਾਰ, ਉਹ ਤਾਂ ਆਪਣੇ ਡੇਰਿਆਂ ਦਾ ਕਰਨਗੇ। ਔਰ ਤੁਸੀਂ ਇਹਨਾਂ ਦੇ ਜਿੰਨੇ ਕੁ ਟ੍ਰੇਨਡ ਹਾਲਾਂ ਚੰਗੇ ਰਾਗੀ ਇਸ ਪਰੰਪਰਾ ਚੋਂ ਨਿਕਲੇ ਨੇ, ਔਰ ਤੁਸੀਂ ਜੇ ਉਹਨਾਂ ਦਾ ਦੇਖੋ ਜਿਹੜੇ ਤਾਂ ਚਲੋ ਕੀਰਤਨ ਸ਼ਬਦ ਪੜ੍ਹਦੇ ਨੇ, ਬਾਣੀ ਪੜ੍ਹ ਕੇ ਚਲੇ ਜਾਂਦੇ ਨੇ, ਪਰ ਐਸੇ ਹੈ ਨਹੀਂ। ਬਹੁਤੇ ਜਿਹੜੇ ਨੇ 2-3 ਕਹਾਣੀਆਂ ਉਹਦੇ ਵਿੱਚ ਜ਼ਰੂਰ ਸੁਣਾਉਣਗੇ, ਔਰ ਉਹ ਕੋਈ ਗੁਰੂ ਨਾਨਕ ਸਾਹਿਬ ਜਾਂ 10ਵੇਂ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਦੀਆਂ ਨਹੀਂ ਹੋਣਗੀਆਂ। ਉਹ ਇਹ ਹੈ ਕਿ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸਨ, ਜਾਂ ਬਾਬਾ ਈਸ਼ਰ ਸਿੰਘ ਜੀ ਕਿਹਾ ਕਰਦੇ ਸਨ, ਜਾਂ ਬਾਬਾ ਜੀ ਉਹਨਾਂ ਦੀ ਕੋਈ ਨਾ ਕੋਈ ਐਸੀ ਚਮਤਕਾਰੀ ਘਟਨਾ ਸੁਣਾਉਣਗੇ, ਤਾਂ ਬੈਠੇ ਵੀ ਜਿਹੜੇ ਨੇ ਸੰਗਤ 'ਚ ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਜਾਂ ਦੂਸਰਿਆਂ 'ਤੇ ਅਮੰਨਾ ਨਹੀਂ ਹੁੰਦੀ, ਉਹ ਬਾਬਾ ਈਸ਼ਰ ਸਿੰਘ ਜਾਂ ਬਾਬਾ ਨਾਰਾਇਣ ਸਿੰਘ 'ਤੇ ਹੁੰਦੀ ਜੀ, ਜਾਂ ਬਾਬਾ ਆਨੰਦ ਸਿੰਘ 'ਤੇ ਹੁੰਦੀ। ਹੁਣ ਦੇਖੋ ਇਹਨਾਂ ਦੇ ਜਿਹੜੇ ਓਰੀਜੀਨੇਟਰ ਨੇ, ਬਾਬਾ ਆਨੰਦ ਸਿੰਘ ਹੋਣ ਜਾਂ ਦੂਸਰੀਆਂ ਪਰੰਪਰਾਵਾਂ ਵਾਲੇ, ਚੰਗੇ ਗੁਰਸਿੱਖ ਸਨ। ਇਹਨਾਂ 'ਚ ਜਿੰਨਾ ਕੁ ਮੈਨੂੰ ਪਤਾ ਹੈ, ਬਾਬਾ ਆਨੰਦ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਸੀ। ਹੁਣ ਸਿੱਖੀ ਪ੍ਰਚਾਰ ਉਹਨਾਂ ਨੇ ਕੀਤਾ, ਨਾਮ ਬਾਣੀ ਨਾਲ ਜੁੜੇ ਸੀ, ਇਮਾਨਦਾਰ ਸੀ, ਲੋਕਾਂ ਦੇ ਵਿੱਚ ਚਰਚਾ ਹੋਈ। ਪਰ ਔਰ ਉਹਨਾਂ ਬਾਰੇ ਹੁਣ ਜੇ ਤੁਸੀਂ ਪਰੰਪਰਾਵਾਂ ਦੇਖੋਗੇ ਜੀ, ਉਹਨਾਂ ਦੀ ਤਾਂ ਕੱਚੀ ਕੁੱਲੀ ਹੁੰਦੀ ਸੀ, ਉਹ ਤਾਂ ਜਿੱਥੇ ਜਾਂਦੇ ਸੀ ਉਹਨੂੰ ਢਾਹ ਦਿੰਦੇ ਸੀ। ਤਾਂ ਹੁਣ ਨਾਨਕਸਰੀਆਂ ਦੇ ਡੇਰਿਆਂ 'ਚ ਬੰਦੂਕਾਂ ਵਾਲੇ ਜਿਹੜੇ ਨੇ, ਉਹ 3 ਸਾਧਾਂ ਦੇ ਸਿਕਿਉਰਿਟੀ ਗਾਰਡ ਬਣ ਕੇ ਪ੍ਰੋਟੈਕਟ ਕਰਦੇ ਨੇ ਜੀ। ਔਰ ਬਾਬਾ ਆਨੰਦ ਸਿੰਘ ਨੇ ਇੱਦਾਂ ਦੀ ਮਰਿਆਦਾ ਕਿ ਭਾਈ ਤੁਸੀਂ ਨਿਸ਼ਾਨ ਸਾਹਿਬ ਨਹੀਂ ਕਰਨਾ, ਤੁਸੀਂ ਔਰ ਉੱਥੇ ਜਾ ਕੇ ਕਿਤੇ ਉਹਨਾਂ ਦੀਆਂ ਜੁੱਤੀਆਂ ਰੱਖੀਆਂ ਹੋਈਆਂ, ਕਿਤੇ ਬਾਥਰੂਮ ਹੈ, ਕਿਤੇ ਦੂਜਾ, ਉੱਥੇ ਮੱਥੇ ਟੇਕਦੇ ਨੇ ਜਾ ਕੇ ਕਿ ਵੀ ਇਹ ਉਹਨਾਂ ਦਾ ਸੀ, ਇਹ ਇਹਨਾਂ ਦਾ ਸੀ। ਸੋ ਇਹ ਠੀਕ ਨਹੀਂ ਹੈ ਇਹ ਪਾਰਟ। ਸੋ ਉਹ ਤਾਂ ਆਪਣਾ ਸ਼ੁਰੂ ਕਰਦੇ ਹੀ ਨੇ ਜੋ ਕਰਦੇ ਨੇ, ਪਰ ਜਦੋਂ ਅਕਾਲ ਤਖਤ ਸਾਹਿਬ ਦੀ ਸਟੈਂਪ ਉਸ 'ਤੇ ਲੱਗ ਜਾਂਦੀ ਹੈ, ਫਿਰ ਆਮ ਸਿੱਖ ਕਨਫਿਊਜ਼ਡ ਹੈ ਵੀ ਉਹ ਹੁਣ ਜਾ ਕੇ ਬਾਕੀਆਂ ਦੇ ਨਾਲ ਤਾਂ ਆਰਗੂ ਕਰਦਾ ਕਿ ਜੀ ਪੰਥ ਦੀ ਮਰਿਆਦਾ ਇਹ ਹੈ, ਤੇ ਹੁਣ ਇਹਨਾਂ ਹੀ ਨਹੀਂ ਨਾਨਕਸਰੀ ਸੰਪਰਦਾ ਨੇ ਕਿਸ ਕਿਸਮ ਦਾ ਮਾਹੌਲ ਬਣਾਇਆ। ਨਾਨਕਸ਼ਾਹੀ ਕੈਲੰਡਰ ਆਂਡੂ ਇੱਕ ਅੰਦਰੂਨੀ ਖਬਰ ਇਹ ਵੀ ਹੈ, ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਹੈ ਉਹ ਫਾਲੋਅਰ ਨੇ ਨਾਨਕਸ਼ਾਹੀ ਇਸ ਨਾਨਕਸਰੀ ਸੰਪਰਦਾ ਦੇ। ਉੱਥੇ ਜਾ ਕੇ ਉਹ ਆਪਣੇ ਅਖੰਡ ਪਾਠ ਕਰਵਾਉਂਦੇ ਨੇ, ਜਾਂ 2 ਪੀੜ੍ਹੀਆਂ ਤੋਂ ਉਹਨਾਂ ਦੇ ਵੈਸੇ ਤਾਂ ਸਰਕਾਰੀ ਨੇ, ਕਾਂਗਰਸੀ ਸੀ। ਸਰ ਸੁੰਦਰ ਸਿੰਘ ਮਜੀਠੀਆ, ਸੁਰਜੀਤ ਸਿੰਘ ਮਜੀਠੀਆ, ਉਹੀ ਨਸਲ ਹੈ। ਸਿੱਖ ਰਾਜ ਨਾਲ ਪਿੱਠ ਕਰਕੇ ਲਾਹੌਰ ਦਰਬਾਰ ਤੋਂ ਅੰਗਰੇਜ਼ਾਂ ਦੇ ਟਾਊਟ ਬਣ ਗਏ ਸੀ ਜੀ, ਪਰ ਇੱਧਰ ਫਿਰ ਟਾਊਟ ਹੀ ਇੱਧਰ ਬੈਠੇ ਹੋਏ ਨੇ। ਇਹਨਾਂ ਦਾ ਬਾਕੀ ਕੀ ਕੰਟਰੀਬਿਊਸ਼ਨ ਕਿਸ ਪਾਸੇ ਜਾਂਦੀ ਹੈ, ਇੰਡੀਵਿਜੂਅਲ ਦੇ ਉੱਤੇ ਮੇਰਾ ਕੋਈ ਨਹੀਂ ਹੈ। ਔਰ ਐਸੇ ਗੁਰਸਿੱਖ ਜਿਹੜੇ ਉਸ ਇਲਾਕੇ, ਜਗਰਾਵਾਂ ਇਲਾਕੇ ਦੇ ਨੇੜੇ ਨੇ, ਉਸ ਥਾਂ ਦਾ ਸਤਿਕਾਰ ਕਰਦੇ ਆ, ਬਾਣੀ ਨਾਲ ਜੁੜੇ ਹੋਏ ਨੇ, ਭਾਵੇਂ ਉਹ ਮੁੱਖ ਸਟਰੀਮ ਮੁੱਖ ਧਾਰਾ ਪੰਥ ਨਾਲ ਜੁੜੇ ਹੋਏ ਨੇ। ਸੋ ਸਾਡਾ ਕਿਸੇ ਇਸ ਕਿਸਮ ਦੀ ਗੱਲ ਨਾਲ ਵਿਰੋਧ ਨਹੀਂ ਹੈ। ਬਾਣੀ ਕੋਈ ਪੜ੍ਹਦਾ ਹੈ, ਕਿਤੇ ਵੀ ਪੜ੍ਹਦਾ ਹੈ, ਪਰ ਜਦੋਂ ਇੱਕ ਅੱਡ ਕਲਟ ਸ਼ੁਰੂ ਹੋ ਜਾਂਦਾ ਹੈ, ਤੁਸੀਂ ਉਹਨਾਂ ਦੀਆਂ ਫੋਟੋਆਂ ਰੱਖ ਕੇ ਜਿਹੜਾ ਨਗਰ ਕੀਰਤਨ ਕੱਢਦੇ ਹੋ, ਉਹਨਾਂ ਦੀਆਂ ਫੋਟੋਆਂ ਰੱਖ ਕੇ ਫਿਰ ਮੱਥੇ ਟੇਕਦੇ ਹੋ, ਫਿਰ ਜਿਹੜਾ ਗੁਰਦੁਆਰਿਆਂ ਦੇ ਬਾਹਰ ਪਹਿਲਾਂ ਅੰਦਰ ਦੇ ਮੁੱਖ ਦੁਆਰ ਦੇ ਉੱਤੇ ਫੋਟੋ ਲੱਗੀ ਹੁੰਦੀ ਹੈ ਜੀ, ਇਹ ਫੋਟੋ ਜਿਹੜੀ ਹੈ ਬਾਬਾ ਆਨੰਦ ਸਿੰਘ ਨੂੰ ਦਰਸ਼ਨ ਹੋਏ ਸੀ ਗੁਰੂ ਨਾਨਕ ਸਾਹਿਬ ਦੇ ਜੀ, ਹਾਂਜੀ। ਤੇ ਇੱਕ ਪਾਸੇ ਅਸੀਂ ਅੰਦਰ ਪੜ੍ਹ ਰਹੇ ਹਾਂ ਕਿ ਗੁਰਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀਓ, ਕਿ ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ ਜੀ। ਹੁਣ ਕਿਹੜਾ ਟੈਸਟੀਫਾਈ ਕਰੇਗਾ? ਗੁਰੂ ਤਾਂ ਬੈਠੇ ਨੇ, 10 ਗੁਰੂ ਸਾਹਿਬਾਨ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। 10 ਗੁਰੂ ਸਾਹਿਬਾਨ ਦੇ ਦਰਸ਼ਨ ਨੇ। ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹਦੇ ਹੋ, ਉਸ ਬਾਣੀ 'ਚੋਂ ਤੁਹਾਨੂੰ ਹਰ ਗੁਰੂ ਸਾਹਿਬਾਨ, ਉਹਨਾਂ ਦਾ ਜੀਵਨ ਜਿਹੜਾ ਉਹ ਬਾਣੀ ਦੇ ਵਿੱਚੋਂ ਤੁਹਾਨੂੰ ਦੀਦਾਰ ਹੁੰਦਾ ਉਸ ਦਾ ਜੀ। ਸੋ ਮੈਂ ਸਮਝਦਾ ਵੀ ਇਹ ਭੈਣ ਜੀ ਦਾ ਨੁਕਤਾ ਬਿਲਕੁਲ ਠੀਕ ਹੈ, ਔਰ ਸਾਨੂੰ ਅਸੀਂ ਅਫਸੋਸ ਤੋਂ ਬਿਨਾਂ ਹੋਰ ਕੁਝ ਨਹੀਂ ਕਹਿ ਸਕਦੇ ਕਿ ਵੀ ਇਹ 1920 ਤੋਂ ਪਹਿਲਾਂ ਦਾ ਜਿਹੜਾ ਇੱਕ ਮਿਕਸ ਜਿਹਾ ਕਲਚਰ ਸੀ, ਮਿਲਗੋਬਾ ਹਿੰਦੂ ਸੱਭਿਅਤਾ ਵਾਲਾ, ਉਸ ਵੱਲ ਖਿੱਚ ਕੇ ਲੈ ਗਏ ਨੇ। ਉਹ ਨਾਨਕਸਰੀ ਹੋਣ, ਕੋਈ ਹੋਰ ਸੰਪਰਦਾ ਹੋਏ, ਭਾਵੇਂ ਸਿੱਖੀ ਦੇ ਨਾਂ ਥੱਲੇ ਵਿਚਰਦੇ ਨੇ ਜੀ, ਲੇਕਿਨ ਇਹ ਜਿਹੜਾ ਮੁੱਖ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਆਪਣੇ ਗੁਰੂ ਪੰਥ ਦੇ ਜਿਹੜਾ ਆਸ਼ਾ, ਸਿੱਖ ਰਹਿਤ ਮਰਿਆਦਾ ਜਾਂ ਸਿੱਖੀ ਜਿਹੜੀ ਖੁਦ ਇਹਨਾਂ ਨੇ ਡਿਫਾਈਨ ਕੀਤੀ ਇੰਨੀਆਂ ਘਾਲਣਾ ਤੋਂ ਬਾਅਦ ਅਕਾਲੀ ਮੋਰਚੇ ਦੇ, ਇਹ ਡਿਲੂਟ ਕਰਕੇ 1920 ਤੋਂ ਪਹਿਲਾਂ ਵਾਲੇ ਉਦਾਸੀ ਨਿਰਮਲਾ ਪੰਥ ਦੇ ਵਿੱਚ ਜਾ ਰਹੇ ਨੇ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਟੇਟਲ ਤੋਂ ਵੀਰ ਹਰਮਨਬੀਰ ਸਿੰਘ ਸੰਧੂ ਜੀ ਦੀ ਹੈ। ਇਹਨਾਂ ਨੂੰ TV 84 ਦਿੱਤੇ ਜਾਂਦੇ ਪ੍ਰੋਗਰਾਮਸ ਖਾਸ ਕਰ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਵੀਕਐਂਡ ਤੇ ਸਿਆਟਲ ਵਿਖੇ ਨਾਨਕਸ਼ਾਹੀ ਕੈਲੰਡਰ ਅਤੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਸੰਬੰਧੀ ਇੱਕ ਸੈਮੀਨਾਰ ਹੋਇਆ ਸੀ, ਜਿਸ ਵਿੱਚ ਤੁਹਾਡੀ ਗੈਰ ਹਾਜ਼ਰੀ ਖੜਕਦੀ ਰਹੀ। ਤੁਸੀਂ ਕਿਉਂ ਨਹੀਂ ਆਏ? ਤੁਹਾਡੀ ਇਹਨਾਂ ਦੋਹਾਂ ਮੁੱਦਿਆਂ ਸੰਬੰਧੀ ਕੀ ਰਾਏ ਹੈ ਜੀ ਡਾਕਟਰ ਸਾਹਿਬ? ਦੇਖੋ ਵੀਰ ਹਰਮਨਬੀਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਿਆਟਲ ਤੋਂ ਲਿਖਿਆ ਜੀ। ਸੈਮੀਨਾਰ ਬਹੁਤ ਕਾਮਯਾਬ ਸੀ, ਬਹੁਤ ਚੰਗਾ ਰਿਹਾ, ਮੈਨੂੰ ਉਸ ਦਾ ਸੱਦਾ ਵੀ ਸੀ, ਪਰ ਕਿਉਂਕਿ ਉਸੇ ਹੀ ਵੀਕਐਂਡ ਤੋਂ ਪਹਿਲੇ ਦਿਨ ਜਿਹੜੇ ਨੇ
ਵਾਸ਼ਿੰਗਟਨ ਡੀਸੀ ਦੇ ਵਿੱਚ ਯੂਨਾਈਟਿਡ ਸਿੱਖਸ ਦੀ ਸਮਿਟ ਸੀ ਲਗਭਗ 3 ਦਿਨ ਦੀ ਜੀ ਤੇ ਉਸ ਕਰਕੇ ਮੈਂ ਵਾਸ਼ਿੰਗਟਨ 'ਚ ਸੀ ਤੇ ਉਹਦੇ ਨਾਲ ਲੱਗਦਾ ਹੀ ਵੀਕਐਂਡ ਮੈਂ ਫਿਰ ਵਾਸ਼ਿੰਗਟਨ ਦੇ ਵਿੱਚ ਕਮਿਟ ਕੀਤਾ ਹੋਇਆ ਸੀ ਜੀ ਮੈਂ ਉਹਦੇ 'ਚ ਸ਼ਮੂਲੀਅਤ ਨਹੀਂ ਕਰ ਸਕਿਆ ਪਰ ਇਹਨਾਂ ਦੋਨੋਂ ਹੀ ਮੁੱਦਿਆਂ ਦੇ ਉੱਤੇ ਸਿੱਖ ਰਹਿਤ ਮਰਿਆਦਾ ਦਾ ਹੁਣੇ ਅਸੀਂ ਜ਼ਿਕਰ ਕਰਕੇ ਹਟੇ ਹਾਂ, ਨਾਨਕਸ਼ਾਹੀ ਕੈਲੰਡਰ ਦਾ ਵੀ ਜ਼ਿਕਰ ਕੀਤਾ ਹੈ। ਸੋ ਅਸੀਂ ਵੈਰੀ ਸਟਰੋਂਗਲੀ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਹੈ ਉਸ ਦੇ ਹਮਾਇਤੀ ਹੈ ਔਰ ਅਸੀਂ ਸਮਝਦੇ ਹਾਂ ਵੀ ਜਿਹੜਾ ਭਗਵਾਕਰਨ ਹਿੰਦੂਕਰਨ ਕੀਤਾ ਹੈ ਇਸ ਨੂੰ ਅੰਡੂ ਕਰਕੇ ਪੰਥ ਵਾਪਸ ਉਸ ਨੂੰ ਫੋਲੋ ਕਰੇਗਾ। ਨੋ ਮੈਟਰ ਇਹ ਅਕਾਲੀਆਂ ਨੇ ਇਹਨਾਂ ਸੰਪਰਦਾਵਾਂ ਨਾਨਕਸਰੀਏ ਜਾਂ ਦੂਸਰੇ ਸੰਤ ਸਮਾਜ ਅਖੌਤੀ ਇਹਨਾਂ ਦੇ ਪ੍ਰਭਾਵ ਥੱਲੇ ਇਹਨੂੰ ਬਦਲੇ। ਇਸੇ ਤਰ੍ਹਾਂ ਰਹਿਤ ਮਰਿਆਦਾ ਦਾ ਸਵਾਲ ਵੀ ਦੇ ਨਾਲ ਜੁੜਿਆ ਹੋਇਆ ਹੈ ਕਿ ਪੰਥ ਨੇ ਬੜੀ ਮਿਹਨਤ ਦੇ ਨਾਲ ਇਸ ਡਾਕੂਮੈਂਟ ਨੂੰ ਜਿਹੜਾ ਇਸ ਲੈਵਲ ਤੱਕ ਲਿਆਂਦਾ ਹੈ ਔਰ ਅਸੀਂ ਸਮਝਦੇ ਹਾਂ ਵੀ ਇਸ ਨੂੰ ਯੂਨੀਵਰਸਲੀ ਸਿੱਖਾਂ ਦੇ ਵੱਲੋਂ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਨੇ ਇਸ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਜੀ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।